सत श्री अकाल। खबर खास लैके हाजिर हाँ मैं तुहाडे नाल अमित मल्होत्रा। वोटां बदले विश्वासघात ਇਹ ਇਲਜ਼ਾਮ ਅਸੀਂ नहीं ला रहे, सगों ਉਹ ਵੋਟਰ ਲਾ ਰਹੇ ਨੇ ਜਿਨ੍ਹਾਂ ਦੇ ਨਾਲ ਕਈ ਤਰ੍ਹਾਂ ਦੇ ਵਾਅਦੇ ਤਾਂ ਕਰ ਦਿੱਤੇ ਗਏ ਸਨ, ਪਰ ਹੁਣ ਤੱਕ ਉਹ ਵਾਅਦੇ ਪੂਰੀ ਤਰ੍ਹਾਂ ਵਫਾ ਨਹੀਂ ਹੋ ਸਕੇ। ਸਰਕਾਰ ਦੇ ਉਹ ਕਿਹੜੇ ਵਾਅਦੇ ਸਨ ਤੇ ਕੀ ਹੈ ਉਹਨਾਂ ਦੀ ਮੌਜੂਦਾ ਸਥਿਤੀ, ਇਸੇ ਤੇ ਆਧਾਰ ਹੈ ਸਾਡੀ ਅੱਜ ਦੀ ਇਹ ਖਾਸ ਪੇਸ਼ਕਸ਼। ਨੌਜਵਾਨਾਂ ਨੂੰ ਸਮਾਰਟਫੋਨ ਦਿੱਤੇ ਜਾਣੇ ਸੀ ਤਾਂ ਜੋ ਉਹ ਆਪਣੀ ਸਿੱਖਿਆ 'ਚ ਉਸ ਦੀ ਮਦਦ ਲੈ ਸਕਣ, ਪਰ 3 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਮਾਰਟਫੋਨ ਦੇ ਨਾਂ ਤੇ ਉਹਨਾਂ ਨੂੰ ਮਿਲ ਰਿਹਾ ਹੈ ਸਿਰਫ ਤੇ ਸਿਰਫ ਧੋਖਾ ਅਤੇ ਤਰੀਖਾਂ। ਕੈਪਟਨ ਆਏ, ਸਮਾਰਟਫੋਨ ਨਹੀਂ ਲਿਆਏ, ਵਾਅਦੇ ਤੋਂ ਮੁੜ ਭੱਜੀ ਕੈਪਟਨ ਸਰਕਾਰ। ਤਾਂ 26 ਜਨਵਰੀ ਦੀ ਪਰੇਡ ਦੀ ਸਲਾਮੀ ਲੈਣ ਤਾਂ ਪਹੁੰਚ ਗਏ ਕੈਪਟਨ ਅਮਰਿੰਦਰ ਸਿੰਘ, ਪਰ ਆਪਣੇ ਨਾਲ ਸਮਾਰਟਫੋਨ ਲਿਆਉਣਾ ਉਹਨਾਂ ਨੂੰ ਸ਼ਾਇਦ ਚੇਤੇ ਨਹੀਂ ਰਿਹਾ। ਜੀ ਹਾਂ, ਕੈਪਟਨ ਸਰਕਾਰ ਦਾ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਧਰਿਆ ਦਾ ਧਰਿਆ ਹੀ ਰਹਿ ਗਿਆ। ਵੋਟਾਂ ਤੋਂ ਪਹਿਲਾਂ ਸੱਤਾ 'ਚ ਆਉਣ ਤੇ ਸਮਾਰਟਫੋਨ ਦੇਣ ਦਾ ਵਾਅਦਾ ਕਰਨ ਵਾਲੇ ਕੈਪਟਨ ਨੇ ਲੰਘੀ 2 ਦਸੰਬਰ ਨੂੰ ਸਮਾਰਟਫੋਨ ਦੇਣ ਦਾ ਵਾਅਦਾ ਤਾਂ ਕਰ ਲਿਆ ਸੀ। ਕੈਪਟਨ ਨੇ ਟਵੀਟ ਕਰਕੇ ਕਿਹਾ ਸੀ ਕਿ 26 ਜਨਵਰੀ ਨੂੰ ਗਣਤੰਤਰ ਦਿਹਾੜੇ ਮੌਕੇ 1,60,000 ਸਮਾਰਟਫੋਨ ਵੰਡਾਂਗੇ। ਇਸ ਦੇ ਨਾਲ ਹੀ ਫੋਨ ਕਿਹੋ ਜਿਹੇ ਹੋਣਗੇ, ਕਿਹੜੀ ਕੰਪਨੀ ਦੇ ਹੋਣਗੇ, ਕਿੰਨੀ ਬੈਟਰੀ ਬੈਕਅਪ ਹੋਵੇਗੀ, ਕਿੰਨੀ ਸਕਰੀਨ ਇੰਚ ਹੋਵੇਗੀ, ਇਸ ਦਾ ਵੀ ਵੇਰਵਾ ਦੇ ਦਿੱਤਾ। ਪਰ ਇਸ ਵਾਰ ਵੀ ਖਾਲੀ ਪੀਪਾ ਖੜਕਦਾ ਵਿਖਾਈ ਦਿੱਤਾ। ਭਾਵ 26 ਜਨਵਰੀ ਨੂੰ ਵੀ ਸਮਾਰਟਫੋਨ ਨਹੀਂ ਵੰਡੇ ਗਏ। ਹਾਂ, ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਨਵੀਂ ਤਾਰੀਖ ਜ਼ਰੂਰ ਐਲਾਨ ਦਿੱਤੀ। ਕਿਹਾ ਹੈ ਕਿ ਸ਼ਾਇਦ 31 ਮਾਰਚ ਤੱਕ ਤਕਨੀਕੀ ਖਾਮੀਆਂ ਦੂਰ ਕਰ ਲਾਂਗੇ ਤੇ ਫਿਰ ਸਮਾਰਟਫੋਨ ਵੰਡ ਦੇਵਾਂਗੇ। आई थिंक दैट इज़ ऑल इन द पाइपलाइन। कोई टेस्टिंग बाकी रह गई सी, इस करके लॉन्च नहीं हो सकिया, नहीं तो 26 जनवरी ਨੂੰ लॉन्च ਅਸੀਂ ਕਰ ਦੇਣਾ ਸੀ। ਉਮੀਦ ਹੈ ਮੈਨੂੰ ਕਿ 31 ਮਾਰਚ ਤੋਂ ਪਹਿਲਾਂ ਉਹ ਸ਼ਾਇਦ ਲੌਂਚ ਹੋ ਜਾਊਗਾ। ਤਾਂ ਵੈਸੇ ਤਾਂ ਪਹਿਲੀ ਵਾਰ ਨਹੀਂ ਹੋਇਆ ਕਿ ਕੈਪਟਨ ਸਰਕਾਰ ਵਾਅਦੇ ਤੋਂ ਮੁਕਰੀ ਹੋਵੇ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਨੇ ਵੀ ਲੰਗੀ ਦੀਵਾਲੀ ਮੌਕੇ ਸਮਾਰਟਫੋਨ ਵੰਡਣੇ ਸੀ। ਕੈਪਟਨ ਵਜ਼ਾਰਤ ਨੂੰ ਭੁੱਲ ਗਿਆ ਹੋਵੇ ਤਾਂ ਦੁਬਾਰਾ ਸੁਣਵਾ ਦਿੰਨੇ ਆ। ਜਿੱਥੋਂ ਤੱਕ ਸਮਾਰਟਫੋਨ ਦਾ ਫੈਸਲਾ ਹੈ, फाइनेंस डिपार्टमेंट वालों 130 करोड़ रुपए रिलीज कर दिते गए और स्मार्टफोन का टेंडर जो कॉल कर रहे की आस की लगती है कदों तक जो है ये स्मार्टफोन का वादा पूरा हो? सर मैं तो ਤੁਹਾਨੂੰ ਕਹਿ ਕਿ ਜਦੋਂ ਪੈਸੇ ਰਿਲੀਜ਼ ਕਰਤੇ ਹੁਣ ਤੱਕ ਤਕਸੀਮ ਕਰਨ ਦੀ ਦੀਵਾਲੀ ਤੱਕ ਕਰ ਰਹੇ। ਤਾਂ ਤਾਰੀਖ ਤੇ ਤਾਰੀਖ ਪੈਂਦੀ ਜਾ ਰਹੀ ਹੈ, ਪਰ ਕੈਪਟਨ ਦੇ ਸਮਾਰਟਫੋਨਾਂ ਦੀ ਡਿਲੀਵਰੀ ਨਹੀਂ ਹੋ ਰਹੀ। ਵੈਸੇ ਲੋਕ ਵੀ ਕਹਿ ਰਹੇ ਨੇ ਕਿ ਕੈਪਟਨ ਸਰਕਾਰ ਸਮਾਰਟ ਨਿਕਲੀ, ਝੂਠੇ ਵਾਅਦੇ ਕਰਕੇ ਵੋਟਾਂ ਵੀ ਬਟੋਰ ਲਈਆਂ, ਸੱਤਾ ਵੀ ਬਣ ਗਈ। ਹੁਣ ਫੋਨ ਦਿਓ ਨਾ ਦਿਓ ਕੀ ਫਰਕ ਪੈਂਦਾ? ਪੀਟੀਸੀ ਨਿਊਜ਼ ਲਈ ਪਟਿਆਲਾ ਤੋਂ ਗਗਨਦੀਪ ਆਹੂਜਾ ਦੀ ਰਿਪੋਰਟ। ਤਾਂ ਜਿਨ੍ਹਾਂ ਵਾਅਦਿਆਂ ਦੇ ਸਿਰ ਤੇ ਕਾਂਗਰਸ ਪਾਰਟੀ ਨੇ ਪੰਜਾਬ ਦੇ ਵਿੱਚ ਆਪਣੀ ਸਰਕਾਰ ਬਣਾਈ, ਉਹਨਾਂ ਵਾਅਦਿਆਂ ਨੇ ਪੰਜਾਬ ਦੀ ਜਨਤਾ ਨੂੰ ਅਜੇ ਵੀ ਉਡੀਕਾਂ 'ਚ ਪਾ ਰੱਖਿਆ। ਆਪਣੇ ਕਾਰਜਕਾਲ ਦਾ ਅੱਧੇ ਤੋਂ ਵੱਧ ਸਮਾਂ ਹੰਢਾ ਚੁੱਕੀ ਪੰਜਾਬ ਸਰਕਾਰ ਹਾਲੇ ਤੱਕ ਆਪਣੇ ਵਾਅਦੇ ਪੂਰੇ ਨਹੀਂ ਕਰ ਪਾ ਰਹੀ। ਲੋਕਾਂ ਨੂੰ ਮਿਲਿਆ ਸਿਰਫ ਔਰ ਸਿਰਫ ਵਿਸ਼ਵਾਸਘਾਤ। ਕੀ ਵਾਅਦਿਆਂ ਤੋਂ ਮੁਕਰ ਜਾਣਾ ਬਣ ਗਈ ਹੈ ਸਰਕਾਰ ਦੀ ਫਿਤਰਤ? ਕੀ ਜਨਤਾ ਦੇ ਭਰੋਸੇ ਨੂੰ ਤੋੜਨਾ ਬਣ ਗਈ ਹੈ ਸਰਕਾਰ ਲਈ ਖੇਡ? ਕੀ ਵੋਟਾਂ ਦੇ ਬਦਲੇ ਵਿਸ਼ਵਾਸਘਾਤ ਕਰਨਾ ਹੀ ਹੈ ਸਰਕਾਰ ਦੀ ਸਿਆਸਤ? ਸਾਡਾ ਪਹਿਲਾ ਵਾਅਦਾ ਤੁਹਾਡੇ ਨਾਲ ਇਲਜ਼ਾਮ ਪੰਜਾਬ ਸਰਕਾਰ ਤੇ ਲੱਗ ਰਹੇ ਨੇ। ਇਸ ਸਵਾਲ ਕੈਪਟਨ ਸਰਕਾਰ ਤੋਂ ਪੁੱਛੇ ਜਾ ਰਹੇ ਨੇ, ਕਿਉਂਕਿ ਜਿਸ ਜਨਤਾ ਨੇ ਕੈਪਟਨ ਦੇ ਵਾਅਦਿਆਂ ਨੂੰ ਵੋਟਾਂ ਪਾਈਆਂ, ਉਸ ਨੂੰ ਬਦਲੇ 'ਚ ਮਿਲਿਆ ਤਾਂ ਸਿਰਫ ਵਿਸ਼ਵਾਸਘਾਤ। शुरुआत करते हैं जनता ਨੂੰ मिले ताजे धोखे ਦੀ ਜਾਂ ਕਹੀਏ ਲਾਰੇ ਦੀ। ਵਾਅਦਾ ਸੀ ਪੰਜਾਬ ਦੇ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ, ਜੋ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀ। ਕੱਲ੍ਹ ਦੇ ਨੌਜਵਾਨ ਨੇ 18 और 35 ਸਾਲ ਦੇ ਦਰਮਿਆਨ ਉਹਨਾਂ ਨੂੰ ਅਸੀਂ ਸਮਾਰਟਫੋਨ ਫੁੱਲੀ ਲੋਡਡ ਦੇ ਰਹੇ ਹਾਂ ਤਾਂ ਕਿ ਆਪਣੀ ਵਿੱਦਿਆ ਦੇ ਖੇਤਰ ਦੇ ਵਿੱਚ ਉਹ ਆਪਣੀ ਜਾਣਕਾਰੀ ਵਧਾ ਸਕਣ ਔਰ ਨਾਲੇ ਆਪਣੇ ਸਮਰਥਕਾਂ ਨਾਲ ਆਪਣੇ ਆਪ ਨੂੰ ਜੋੜ ਸਕਣ। ਸਮਾਰਟਫੋਨ ਦੇ ਨਾਲ
ਇਹਦੇ ਵਿੱਚ ਅਸੀਂ 1 ਸਾਲ ਦਾ ਫ੍ਰੀ ਕਾਲਿੰਗ ਔਰ ਨਾਲੇ ਜੋ CD ਡੇਟਾ ਹੈ ਉਹ ਵੀ ਨਾਲ ਦੇ ਰਹੇ ਹਾਂ। ਇਸ ਨੂੰ ਅਸੀਂ ਕੈਪਟਨ ਸਮਾਰਟ ਕਨੈਕਟ ਸਕੀਮ ਦੇ ਅਧੀਨ ਇਹ ਪ੍ਰੋਗਰਾਮ ਰੱਖਿਆ। ਮੇਰਾ ਨੁਕਤਾ ਹੈ ਕੈਪਟਨ ਸਮਾਰਟਫੋਨ। ਪਹਿਲਾ ਸਾਲ ਨਿਕਲਿਆ, ਦੂਜਾ ਸਾਲ ਨਿਕਲਿਆ, ਤੀਜੇ ਸਾਲ 'ਚ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਐਲਾਨ ਕੀਤਾ ਕਿ ਸਾਲ 2019 ਦੀ ਦੀਵਾਲੀ ਤੇ ਨੌਜਵਾਨਾਂ ਨੂੰ ਸਮਾਰਟਫੋਨ ਦੇ ਦਿੱਤੇ ਜਾਣਗੇ। ਇਸ ਦੇ ਲਈ ਉਹਨਾਂ ਦੇ ਮੰਤਰਾਲੇ ਨੇ 130 ਕਰੋੜ ਰੁਪਏ ਜਾਰੀ ਵੀ ਕਰ ਦਿੱਤੇ ਨੇ। ਪਰ ਦੀਵਾਲੀ ਆਈ ਤੇ ਦੀਵਾਲੀ ਚਲੀ ਵੀ ਗਈ। ਫੋਨ ਦਿੱਤੇ ਜਾਣ ਦਾ ਵਾਅਦਾ ਸ਼ਗੂਫਾ ਬਣ ਕੇ ਰਹਿ ਗਿਆ। ਇਸ ਤੋਂ ਬਾਅਦ ਆਈ ਤਾਰੀਖ 2 ਦਸੰਬਰ, ਜਦ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇੱਕ ਵਾਰ ਫੇਰ ਜਤਾਇਆ ਕਿ ਸਮਾਰਟਫੋਨ ਦੇਣ ਦਾ ਵਾਅਦਾ ਉਹ ਭੁੱਲੇ ਨਹੀਂ। ਤੇ ਇਸ ਵਾਰ ਤਾਰੀਖ ਤੈਅ ਕੀਤੀ ਗਈ 26 ਜਨਵਰੀ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੁਝ ਸ਼ਰਤਾਂ ਜੋੜ ਦਿੱਤੀਆਂ ਗਈਆਂ। ਦਿਨ ਉਹ ਵੀ ਲੰਘ ਗਿਆ ਤੇ ਕੈਪਟਨ ਸਾਹਿਬ ਦੇ ਸਮਾਰਟਫੋਨ ਦੀ ਸ਼ਕਲ ਵੇਖਣ ਤੋਂ ਨੌਜਵਾਨ ਇਸ ਵਾਰ ਵੀ ਵਾਂਝੇ ਰਹਿ ਗਏ। ਪਰ ਵਾਅਦਿਆਂ ਦੀ ਝੜੀ ਲਾਉਣਾ, ਫਿਰ ਉਹਨਾਂ ਨੂੰ ਪੂਰਾ ਕਰਨ ਵੇਲੇ ਸ਼ਰਤਾਂ ਲਾਉਣਾ ਤੇ ਉਸ ਦੇ ਬਾਵਜੂਦ ਉਹਨਾਂ ਵਾਅਦਿਆਂ ਨੂੰ ਪੂਰਾ ਨਾ ਕਰਨਾ, ਲੱਗਦਾ ਹੈ ਹੁਣ ਕੈਪਟਨ ਸਰਕਾਰ ਦੀ ਫਿਤਰਤ ਬਣਦੀ ਜਾ ਰਹੀ ਹੈ। किसी दी जमीन मैं बिकन नहीं देनी है। तुसी अपने मन च बसा लो, हुण कोई जमीन नहीं बिकेगी। कईयां ने लोन लिते ने कोऑपरेटिवां चों, कईयां ने लिखे ने नैशनल बैंकां चों, कईयां ने आड़तियां तो लिते हुए ने। ये तिन्नां ने जेड़ा थोड़ा कर्जा है असी देवांगे, पंजाब सरकार देगी, थोनू पे करन दी लोड़ नहीं। थोड़ा कर्जा जो आड़तियां दे नाल है, आड़तियां नू असी देवांगे, बैंकां नू असी देवांगे, कोऑपरेटिव महकमे नू असी देवांगे। किसान कर्ज माफी ਦਾ ਵਾਅਦਾ ਕਰ ਕਿਸਾਨਾਂ ਤੋਂ ਖੁਦਕੁਸ਼ੀਆਂ ਨਾ ਕਰਨ ਦੀ ਅਪੀਲ ਕਰਨ ਵਾਲੀ ਕੈਪਟਨ ਸਰਕਾਰ ਦੇ 3 ਸਾਲ ਪੂਰੇ ਹੋਣ ਵਾਲੇ ਨੇ। ਪਰ ਇਹਨਾਂ ਸਾਲਾਂ 'ਚ ਕਦੇ ਕੋਆਪਰੇਟਿਵ ਬੈਂਕਾਂ ਦੇ ਕਰਜ਼ੇ ਦੀ ਸ਼ਰਤ ਲਗਾਈ ਗਈ ਤੇ ਫਿਰ ਪੂਰਨ ਕਰਜ਼ ਮਾਫੀ ਤੋਂ ਘਟ ਕੇ 2.5 ਏਕੜ ਜ਼ਮੀਨ ਵਾਲੇ ਕਿਸਾਨਾਂ ਦਾ 2-2 ਲੱਖ ਰੁਪਏ ਦਾ ਕਰਜ਼ ਮਾਫ ਕਰਨ ਦੀ ਸ਼ਰਤ ਜੋੜ ਦਿੱਤੀ ਗਈ। ਇਸ ਵਿਚਾਲੇ ਨਾ ਤਾਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ ਹੋਇਆ ਤੇ ਨਾ ਹੀ ਕਿਸਾਨ ਖੁਦਕੁਸ਼ੀਆਂ ਤੇ ਕੋਈ ਲਗਾਮ ਲੱਗ ਸਕੀ। ਅਜਿਹਾ ਹੀ ਵਾਅਦਾ ਘਰ ਨੌਕਰੀ ਦਾ ਵੀ ਕੀਤਾ ਗਿਆ ਸੀ। ਸਾਡਾ ਪਹਿਲਾ ਵਾਅਦਾ ਤੁਹਾਡੇ ਨਾਲ ਕਿ ਜਿਹੜੇ 55 ਲੱਖ ਪਰਿਵਾਰ ਨੇ ਸਾਡੇ ਪੰਜਾਬ 'ਚ, ਕਾਂਗਰਸ ਪਾਰਟੀ ਹਰ ਪਰਿਵਾਰ ਦੇ ਵਿੱਚ ਇੱਕ ਬੰਦੇ ਨੂੰ ਇੱਕ ਨੌਕਰੀ ਦੇਗੀ, ਜਾਂ ਬੱਚੀ ਨੂੰ ਜਾਂ ਬੱਚੇ ਨੂੰ। ਸਰਕਾਰ ਇਸ ਵਾਅਦੇ ਨੂੰ ਪੂਰਾ ਕਰਨਾ ਚਾਹ ਰਹੀ ਹੈ। ਇਹ ਦਿਖਾਉਣ ਦੇ ਲਈ ਥਾਂ ਤੇ ਰੋਜ਼ਗਾਰ ਮੇਲੇ ਲਗਾਏ ਗਏ। ਪਰ ਇਹਨਾਂ ਮੇਲਿਆਂ 'ਚ ਨੌਜਵਾਨਾਂ ਨੂੰ ਨੌਕਰੀ ਮਿਲੀ ਵੀ ਤਾਂ ਅਜਿਹੀ ਕਿ ਉਹਨਾਂ ਨੇ ਨਕਾਰ ਕੇ ਰੱਖ ਦਿੱਤੀ, ਕਿਉਂਕਿ ਕਿਸੇ ਨੂੰ ਦੂਜੇ ਸ਼ਹਿਰ 'ਚ ਭੇਜਿਆ ਜਾ ਰਿਹਾ ਸੀ ਤਾਂ ਕਿਸੇ ਨੂੰ ਤਨਖਾਹ ਇੰਨੀ ਘੱਟ ਕਿ ਗੁਜ਼ਾਰਾ ਕਰਨਾ ਹੀ ਮੁਮਕਿਨ ਨਹੀਂ ਸੀ। ਉੱਪਰੋਂ ਜੋ ਨੌਜਵਾਨ ਸੂਬੇ 'ਚ ਨੌਕਰੀ ਕਰ ਵੀ ਰਹੇ ਸਨ, ਉਹਨਾਂ ਨੂੰ ਤਨਖਾਹਾਂ ਸਮੇਂ ਸਿਰ ਜਾਰੀ ਨਾ ਹੋਣ ਤੇ ਤਨਖਾਹਾਂ ਵਧਾਉਣ ਦੀ ਥਾਂ ਘਟਾਉਣ ਵਰਗੇ ਹਾਲਾਤਾਂ ਦੇ ਨਾਲ ਦੋ-ਚਾਰ ਹੋਣਾ ਪਿਆ। ਸਿੱਟਾ ਇਹ ਨਿਕਲਿਆ ਕਿ ਮੁਲਾਜ਼ਮ ਵਰਗ ਦਫ਼ਤਰਾਂ 'ਚ ਘੱਟ ਤੇ ਸੜਕਾਂ ਤੇ ਜ਼ਿਆਦਾ ਨਜ਼ਰ ਆਇਆ। ਝੂਠ ਮਾਰੇ ਹੈਗੇ ਸਾਰੇ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸਮਝ ਆ ਗਿਆ ਹੈ। ਨਾ ਹੀ ਕਿਸੇ ਕਿਸਾਨ ਦਾ ਕਰਜ਼ਾ ਮਾਫ ਹੋਇਆ ਹੈ, ਨਾ ਹੀ ਕਿਸੇ ਦੇ ਨੌਜਵਾਨ ਨੂੰ ਨੌਕਰੀ ਮਿਲੀ ਹੈ, ਨਾ ਹੀ ਕਿਸੇ ਨੂੰ ਖੰਡ ਤੇ ਘਿਓ ਮਿਲਿਆ ਹੈ, ਤੇ ਨਾ ਹੀ 2000 ਪੈਨਸ਼ਨ ਜਾਂ 2500 ਬੇਰੋਜ਼ਗਾਰੀ ਭੱਤਾ ਤੇ ਮੋਬਾਈਲ ਫੋਨ ਕਿੱਥੋਂ ਮਿਲ ਜਾਣਾ ਹੈ। ਆ ਤਾਂ ਵਿੱਤ ਮੰਤਰੀ ਖੁਦ ਲੋਕਾਂ ਦੇ ਪੈਸਿਆਂ ਦੇ ਉੱਤੇ ਵਿਦੇਸ਼ਾਂ 'ਚ ਦੌਰੇ ਕਰ ਰਹੇ ਨੇ ਤੇ ਵੱਡੇ ਬਿਜਲੀ ਦੇ ਬਿੱਲਾਂ ਦਾ ਭਾਰ ਦੇ ਨਾਲ ਲੋਕਾਂ ਦੀ ਲੱਕ ਤੋੜ ਰਹੇ ਨੇ। ਇੱਕ ਮੁਲਾਜ਼ਮ ਦੀ ਤਨਖਾਹ ਵਿੱਚ ਕੱਟ ਲੱਗ ਰਿਹਾ ਹੈਗਾ। 3 ਸਾਲ ਦੇ ਡੀਏ ਨਹੀਂ ਮਿਲੇ, 6ਵੀਂ ਵਿੱਤ ਕਮਿਸ਼ਨ ਨਹੀਂ ਲਾਗੂ ਹੋਈ ਹੈ। ਨੌਕਰੀਆਂ ਤੋਂ ਰੱਖਣਾ ਕੀ ਨੌਕਰੀਆਂ ਤੋਂ ਕਢਾਇਆ ਜਾ ਰਿਹਾ ਹੈਗਾ। ਤੇ ਜਿੱਥੇ ਲੋਕਾਂ ਦੇ ਉੱਤੇ ਤਾਂ ਆ ਤਸ਼ੱਦਦ ਕੀਤੀ ਜਾ ਰਹੀ ਹੈ, ਲੇਕਿਨ ਵਿਦੇਸ਼ੀ ਦੌਰੇ ਜਦ ਕਰਨੇ ਹੁੰਦੇ ਨੇ, ਡਾਵੋਸ ਜਾਣਾ ਹੁੰਦਾ ਹੈ, ਉੱਥੇ ਲੋਕਾਂ ਦੇ ਪੈਸੇ ਉਡਾਣੇ ਹੁੰਦੇ, ਫਿਰ ਪੈਸਿਆਂ ਦੀ ਕੋਈ ਘਾਟ ਕਮੀ ਨਹੀਂ ਹੁੰਦੀ। ਤਾਂ ਕੁੱਲ ਮਿਲਾ ਕੇ ਚੋਣ ਮਨੋਰਥ ਪੱਤਰ ਦੇ ਵਿੱਚ ਦਿੱਤੇ ਗਏ ਕੈਪਟਨ ਸਾਹਿਬ ਦੇ ਕੋਈ ਵੀ ਨੁਕਤੇ ਨੂੰ ਪੂਰੀ ਤਰ੍ਹਾਂ ਨਿਭਾਉਣ 'ਚ ਹੁਣ ਤੱਕ ਸਰਕਾਰ ਨਾਕਾਮ ਹੀ ਸਾਬਤ ਹੋਈ ਹੈ ਤੇ ਵੋਟ ਪਾਉਣ ਵਾਲੀ ਜਨਤਾ 3 ਸਾਲ ਬਾਅਦ ਵੀ ਉਹਨਾਂ ਵਾਅਦਿਆਂ ਦੇ ਪੂਰੇ ਹੋਣ ਦੀ ਉਡੀਕ ਕਰ ਰਹੀ ਹੈ। ਬਿਊਰੋ ਰਿਪੋਰਟ, PTC ਨਿਊਜ਼। ਤਾਂ ਦਲਿਤ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਕਿਵੇਂ ਮਿਲੇਗੀ ਜਦ ਪੰਜਾਬ ਸਰਕਾਰ ਉਹਨਾਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੀ ਰਕਮ ਹੀ ਜਾਰੀ ਨਹੀਂ ਕਰੇਗੀ।
ਜੀ ਹਾਂ, ਪੰਜਾਬ ਸਰਕਾਰ ਵੱਲ ਹੁਣ ਤੱਕ 1834 ਕਰੋੜ ਰੁਪਏ ਬਕਾਇਆ ਹਨ, ਜਿਸ ਦੇ ਕਰਕੇ ਕਾਲਜ ਬੰਦ ਹੋਣ ਦੀ ਕਗਾਰ ਤੇ ਨੇ ਅਤੇ 10 ਲੱਖ ਬੱਚਿਆਂ ਦਾ ਭਵਿੱਖ ਖਤਰੇ 'ਚ ਵਿਖਾਈ ਦੇ ਰਿਹਾ ਹੈ। ਪਰ ਸਰਕਾਰ ਮੁਤਾਬਕ ਕੇਂਦਰ ਵੱਲੋਂ ਫੰਡ ਨਾ ਜਾਰੀ ਹੋਣ ਕਰਕੇ ਇਹ ਦੇਰੀ ਹੋ ਰਹੀ ਹੈ। ਅਜਿਹੇ 'ਚ ਇਹ ਮੁੱਦਾ ਪ੍ਰਧਾਨ ਮੰਤਰੀ ਦੇ ਕੋਲ ਵੀ ਚੁੱਕਿਆ ਜਾਣ ਵਾਲਾ ਹੈ। ਦਲਿਤ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਮਿਲ ਸਕੇ, ਇਸ ਦੇ ਲਈ ਕੇਂਦਰ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਚਲਾਈ ਗਈ। ਪਰ ਹੁਣ ਪੰਜਾਬ ਦੇ ਵਿੱਚ ਦਲਿਤ ਵਿਦਿਆਰਥੀ ਇਸ ਸਕੀਮ ਦਾ ਫਾਇਦਾ ਨਹੀਂ ਲੈ ਪਾ ਰਹੇ। ਇਸ ਦੇ ਪਿੱਛੇ ਵਜ੍ਹਾ ਇਹ ਹੈ ਕਿ ਸਰਕਾਰ ਵੱਲੋਂ ਸਕੀਮ ਤਹਿਤ ਦਿੱਤੇ ਜਾਂਦੇ ਫੰਡ ਜਾਰੀ ਨਾ ਹੋਣਾ। ਕੇਂਦਰ ਦੀ ਸਕੀਮ ਦੇ ਮੁਤਾਬਕ ਸਕਾਲਰਸ਼ਿਪ ਦਾ 60% ਹਿੱਸਾ ਕੇਂਦਰ ਵੱਲੋਂ ਦਿੱਤਾ ਜਾਂਦਾ ਹੈ ਅਤੇ 40% ਸੂਬਾ ਸਰਕਾਰ ਵੱਲੋਂ। ਪਰ ਅਨਐਡਿਡ ਕਾਲਜ ਦੀ ਜੁਆਇੰਟ ਐਕਸ਼ਨ ਕਮੇਟੀ ਦੇ ਮੁਤਾਬਕ ਪੰਜਾਬ ਸਰਕਾਰ ਨੇ ਸਾਲ 2016-17 ਦੇ 415 ਕਰੋੜ, 2017-18 ਦੇ 567 ਕਰੋੜ, 2018-19 ਦੇ 437 ਕਰੋੜ ਅਤੇ 2019-20 ਦੇ 415 ਕਰੋੜ ਰੁਪਏ ਅਜੇ ਤੱਕ ਜਾਰੀ ਨਹੀਂ ਕੀਤੇ, ਜੋ ਕੁੱਲ ਮਿਲਾ ਕੇ 1834 ਕਰੋੜ ਰੁਪਏ ਬਣਦੇ ਨੇ। ਪੰਜਾਬ ਸਰਕਾਰ ਦੀ ਇਸ ਨਲਾਇਕੀ ਦਾ ਨਤੀਜਾ ਹੈ ਕਿ ਪੰਜਾਬ ਦੇ 1650 ਕਾਲਜਾਂ ਦੇ ਵਿੱਚੋਂ 796 ਕਾਲਜ ਬੈਂਕਾਂ ਵੱਲੋਂ NPA ਐਲਾਨੇ ਜਾ ਚੁੱਕੇ ਨੇ ਤੇ ਅੱਧੇ ਤੋਂ ਵੱਧ ਕਾਲਜ ਬੰਦ ਹੋਣ ਦੀ ਕਗਾਰ ਤੇ ਨੇ। 10 ਲੱਖ ਦਲਿਤ ਬੱਚਿਆਂ ਦਾ ਭਵਿੱਖ ਖਤਰੇ ਦੇ ਵਿੱਚ ਹੈ। ਪਿਛਲੇ ਸਾਲਾਂ 'ਚ ਕੈਪਟਨ ਸਾਹਿਬ ਨੇ 200 ਸਾਲਾਂ ਦਾ ਬੈਕਲੌਗ ਜਿਹੜਾ ਕਲੀਅਰ ਕੀਤਾ ਸੀ। ਇਨਕੁਆਰੀਆਂ ਹੋ ਗਈਆਂ ਸਨ, ਇਹਨਾਂ ਦੇ ਆਡਿਟ ਹੋ ਗਏ ਸਨ। ਹੁਣ ਕੋਈ ਝਗੜਾ ਪੰਜਾਬ 'ਚ ਹੈ ਨਹੀਂ ਪੇਮੈਂਟ ਦਾ, ਹੁਣ ਤੇ ਸਿਰਫ ਪੈਸੇ ਲਿਆ ਕੇ ਇਹਨਾਂ ਨੂੰ ਦੇਣੇ ਨੇ। ਅੱਜ ਸਿਚੁਏਸ਼ਨ ਇਹ ਹੋ ਗਈ ਕਿ ਜਿਹੜੇ NPA ਹੋ ਗਏ ਨੇ ਬੈਂਕਾਂ ਦੇ, ਟੀਚਰਾਂ ਨੂੰ ਤਨਖਾਹ ਨਹੀਂ ਜਾਰੀ ਔਰ ਬੈਂਕ ਤਾਲੇ ਲਾਉਣ ਨੂੰ ਤੁਰ ਪਏ ਨੇ। ਉਹ ਕਈ 3-4 ਕਾਲਜ ਜਿਹੜੇ ਨੇ ਇੱਧਰ ਸਾਡੇ ਦੁਆਬਾ ਏਰੀਆ 'ਚ ਉਹਨਾਂ ਨੂੰ ਤਾਲਾ ਲਾ ਗਏ ਨੇ ਬੈਂਕ। ਲਗਭਗ 1.5 ਲੱਖ ਬੱਚਾ ਹਰ ਸਾਲ +2 ਕਰਨ ਤੋਂ ਬਾਅਦ ਬਾਹਰਲੇ ਮੁਲਕਾਂ ਜਾ ਰਿਹਾ। ਪੰਜਾਬ ਦਾ 70,000 ਕਰੋੜ ਰੁਪਇਆ ਜਿਹੜਾ ਵਾ ਉਹ ਹਰ ਸਾਲ ਬਾਹਰਲੇ ਮੁਲਕਾਂ 'ਚ ਇੱਥੋਂ ਲੋਕ ਜ਼ਮੀਨਾਂ ਵੇਚ ਕੇ, ਜਾਇਦਾਦਾਂ ਵੇਚ ਕੇ ਆਪਣੇ ਬੱਚੇ ਬਾਹਰ ਭੇਜਦੇ ਨੇ। ਸੋ ਇੱਕ ਬੰਨੇ ਕਾਲਜਾਂ 'ਚ ਸਟਰੈਂਥ ਘਟ ਗਈ, ਦੂਜੇ ਬੰਨੇ ਪੰਜਾਬ ਦਾ ਸਰਮਾਇਆ ਬਾਹਰ ਚਲਾ ਗਿਆ। ਤੋ ਜਿਹੜੇ ਸਾਡੇ ਐਜੂਕੇਸ਼ਨਿਸਟ ਨੇ, ਜਿਹੜੇ ਸਾਡੇ ਕਾਲਜਾਂ ਦੇ ਚੇਅਰਮੈਨ ਨੇ, ਮੈਨੇਜਮੈਂਟਾਂ ਨੇ, ਬੜੇ ਚਿੰਤਿਤ ਨੇ ਕਿ ਪੰਜਾਬ ਦੇ ਯੂਥ ਨੂੰ ਸੰਭਾਲਣ ਦੀ ਜ਼ਰੂਰਤ ਹੈ, ਪੰਜਾਬ ਦੇ ਕਾਲਜਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ। ਸਰਕਾਰ ਦਾ ਧਿਆਨ ਇਸ ਤਰਫ ਲਿਆਉਣ ਲਈ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿ ਲੋਕਾਂ ਦੀ ਸਿੰਪਥੀ ਵੀ ਕਾਲਜਾਂ ਦੇ ਨਾਲ ਹੈ ਕਿ ਸਰਕਾਰ ਨੂੰ ਚਾਹੀਦਾ, ਜਿਹੜਾ ਹਾਇਰ ਐਜੂਕੇਸ਼ਨ ਮਿਨਿਸਟਰ ਹੈ ਉਹਨੂੰ ਚਾਹੀਦਾ ਖਾਸ ਤੌਰ ਤੇ ਕਾਲਜਾਂ ਨੂੰ ਬਚਾਉਣ ਦੇ ਲਈ ਜੋ ਵੀ ਲੋੜੀਂਦੇ ਸਟੈਪ ਆ ਉਹ ਲੈਣੇ ਚਾਹੀਦੇ। ਕਾਲਜ ਪ੍ਰਬੰਧਕਾਂ ਦੇ ਮੁਤਾਬਕ ਪੰਜਾਬ ਸਰਕਾਰ ਵੱਲੋਂ ਫੰਡ ਜਾਰੀ ਨਾ ਕਰਨ ਦਾ ਖਮਿਆਜ਼ਾ ਪ੍ਰਾਈਵੇਟ ਕਾਲਜਾਂ ਤੇ ਇਹਨਾਂ ਕਾਲਜਾਂ 'ਚ ਪੜ੍ਹਦੇ ਦਲਿਤ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ। ਕਾਲਜ ਦੇ ਸਟਾਫ ਦੀਆਂ 10-10 ਮਹੀਨੇ ਦੀਆਂ 8-8 ਮਹੀਨੇ ਦੀਆਂ ਤਨਖਾਹਾਂ ਬੈਲੈਂਸ ਆ, ਕਾਲਜ ਤਨਖਾਹਾਂ ਨਹੀਂ ਦੇ ਪਾ ਰਹੇ। ਕਾਲਜਿਸ ਦੇ ਵਿੱਚ ਜਿਨ੍ਹਾਂ ਨੇ ਲੋਨ ਕੁਝ ਲੈ ਕੇ ਬਿਲਡਿੰਗਸ ਬਣਾਈਆਂ ਸੀਗੀਆਂ ਉਹ NPA ਹੋ ਗਏ। ਕਾਲਜਿਸ ਦੇ ਜਿਹੜੇ ਬੈਂਕਾਂ ਦੇ ਮੈਨੇਜਰਸ ਨੇ ਔਰ ਬੈਂਕਾਂ ਵਾਲੇ ਜਿਹੜੇ ਆ ਉਹ ਕਾਲਜਾਂ ਨੂੰ ਤਾਲੇ ਲਗਾ ਰਹੇ ਨੇ ਔਰ ਕਈ ਕਾਲਜਾਂ ਦਾ ਤਾਂ ਸਾਨੂੰ ਪਤਾ ਲੱਗਾ ਕਿ ਉਹਨਾਂ ਦੇ ਚੇਅਰਮੈਨਸ ਨੂੰ ਘਰੋਂ ਅਰੈਸਟ ਕਰਨ ਚਲੇ ਗਏ, ਜਦ ਕਿ ਇੱਕ ਸੋਸ਼ਲ ਕੋਜ਼ ਦੇ ਵਾਸਤੇ ਜੇ ਕੋਈ ਚੇਅਰਮੈਨ ਕੰਮ ਕਰ ਰਿਹਾ ਤਾਂ ਬਹੁਤ ਸੋਸ਼ਲ ਕੋਜ਼ ਕਰ ਰਿਹਾ ਹੈ। ਹਾਲਤ ਇਹ ਹੈ ਕਿ ਜੇ ਕਿਸੇ ਇੱਕ ਕਾਲਜ ਨੇ ਕਿਸੇ ਦਾ 50 ਲੱਖ 60 ਲੱਖ ਜਾਂ 2 ਕਰੋੜ ਰੁਪਈਆ ਦੇਣਾ ਤੇ ਉਹਨੇ 3 ਕਰੋੜ ਜਾਂ 4 ਕਰੋੜ ਰੁਪਈਆ PMS ਦਾ ਸਰਕਾਰ ਕੋਲੋਂ ਲੈਣ ਵਾਲਾ। ਇਹ ਗਲਤੀਆਂ ਜਿਹੜੀਆਂ ਵਾ ਸਰਕਾਰ ਦੀਆਂ, ਸਰਕਾਰ ਪੈਸਾ ਰਿਲੀਜ਼ ਨਹੀਂ ਕਰ ਰਹੀ ਔਰ ਕਾਲਜ ਵਾਲੇ ਔਰ ਸਟੂਡੈਂਟ ਇਸ ਗੱਲ ਨੂੰ ਸਫਰ ਕਰ ਰਹੇ ਹੈ। ਹਾਇਰ ਐਜੂਕੇਸ਼ਨ ਡਬਲ ਮਾਰ ਪੈ ਰਹੀ। ਇਹ ਮਸਲਾ ਪਹਿਲਾਂ ਵੀ ਅਕਾਲੀ ਦਲ ਵੱਲੋਂ ਚੁੱਕਿਆ ਗਿਆ ਸੀ ਤੇ ਇਸ ਦੇ ਲਈ ਦਲਿਤ ਵਿਦਿਆਰਥੀਆਂ ਨਾਲ ਮਿਲ ਕੇ ਰੋਸ ਮੁਜ਼ਾਹਰੇ ਵੀ ਕੀਤੇ ਗਏ ਸਨ, ਪਰ ਹਾਲਾਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਆਇਆ। ਅਜਿਹੇ ਦੇ ਵਿੱਚ ਹੁਣ ਅਕਾਲੀ ਦਲ ਵੱਲੋਂ ਇਸ ਮੁੱਦੇ ਤੇ ਸਰਕਾਰ ਵੱਲੋਂ ਸ਼ਵੇਤ ਪੱਤਰ ਜਾਰੀ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਮੈਂ ਪੁੱਛਣਾ ਚਾਹੁੰਦਾ ਵੀ 2016 ਤੋਂ ਲੈ ਕੇ 2019-20 ਤੱਕ ਜਿਹੜਾ ਕੇਂਦਰ ਨੇ ਪੈਸਾ ਭੇਜਿਆ PMS ਦਾ, ਉਹ ਕਿੱਥੇ ਗਿਆ? ਉਹਦਾ ਅਸੀਂ ਸ਼੍ਰੋਮਣੀ ਅਕਾਲੀ ਦਲ ਵਾਈਟ ਪੇਪਰ ਦੀ ਮੰਗ ਕਰਦੇ ਹਾਂ। ਮੈਂ ਵਿਧਾਨ ਸਭਾ 'ਚ ਵੀ ਇਹ ਗੱਲ ਕਹੀ ਸੀ ਕਿ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਹੋਰ ਪਾਸੇ ਖਰਚ ਕਰ ਰਹੀ ਹੈ, ਡਾਇਵਰਟ ਕਰ ਰਹੀ ਹੈ। ਔਰ ਜਿਹੜਾ 2016 ਦਾ, ਮੈਂ ਹੋਰ ਇੰਟਰਸਟਿੰਗ ਗੱਲ ਤੁਹਾਨੂੰ ਦੱਸਦਾ, 2016 'ਚ 303 ਕਰੋੜ ਰੁਪਈਆ ਹੋਇਆ ਸੀ, ਜਿਹਦੇ ਵਿੱਚੋਂ ਜ਼ਿਆਦਾਤਰ ਪੈਸਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਰਿਲੀਜ਼ ਕਰਤਾ ਸੀ ਬੱਚਿਆਂ ਨੂੰ, ਪਰ 76 ਕਰੋੜ ਰੁਪਈਆ ਬਾਕੀ ਸੀ।
ਉਹ 76 ਕਰੋੜ ਰੁਪਈਆ 3 ਸਾਲ ਬਾਅਦ ਵੀ ਬੱਚਿਆਂ ਨੂੰ ਦਿੱਤਾ ਨਹੀਂ ਗਿਆ। 76 ਕਰੋੜ ਰੁਪਈਆ। ਔਰ ਜਦੋਂ ਉਹਦੀ ਰੌਲੀ ਪੈ ਗਈ, ਜਦੋਂ ਮਹਿਕਮੇ ਦੇ ਅੰਦਰ ਲੈਣ ਦੇਣ ਦਾ ਕੰਮ ਸਟਾਰਟ ਹੋ ਗਿਆ, ਅਖਬਾਰਾਂ 'ਚ ਆ ਗਿਆ, ਤੇ ਫਿਰ ਮੰਤਰੀ ਜੀ ਕਹਿੰਦੇ ਵੀ ਨਹੀਂ ਕੋਈ ਘਪਲਾ ਨਹੀਂ ਹੋਇਆ। ਮੈਨੂੰ ਦੱਸੋ ਵੀ 76 ਕਰੋੜ ਰੁਪਈਆ ਕਿਤੇ ਥੋੜਾ ਹੁੰਦਾ? ਉਹ ਭਾਈ ਗਿਆ ਕਿੱਥੇ? ਇਦੋਂ ਵੱਡਾ ਘਪਲਾ ਹੋਰ ਕਿਹੜਾ ਹੋ ਸਕਦਾ? ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਿੱਚ ਪਹਿਲਾਂ ਹੀ ਪੰਜਾਬ ਸਰਕਾਰ ਨਾਕਾਮ ਸਾਬਤ ਹੋਈ ਹੈ ਤੇ ਹੁਣ ਦਲਿਤ ਵਿਦਿਆਰਥੀਆਂ ਦਾ ਬਣਦਾ ਹੱਕ ਵੀ ਉਹਨਾਂ ਤੱਕ ਨਹੀਂ ਪਹੁੰਚ ਰਿਹਾ ਤੇ ਉਚੇਰੀ ਸਿੱਖਿਆ ਤੋਂ ਇਹ ਬੱਚੇ ਸਖਣੇ ਰਹਿ ਰਹੇ ਨੇ। ਬੇਸ਼ੱਕ ਪੰਜਾਬ ਸਰਕਾਰ ਦੇ ਵੱਲੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ ਅੰਕੜੇ ਜਾਰੀ ਕਰਕੇ ਵਾਰ-ਵਾਰ ਆਪਣਾ ਸਪਸ਼ਟੀਕਰਨ ਦਿੱਤਾ ਜਾ ਰਿਹਾ ਹੈ, ਪਰ ਪਹਿਲਾਂ ਵਿਦਿਆਰਥੀਆਂ ਤੇ ਹੁਣ ਕਾਲਜ ਪ੍ਰਬੰਧਕਾਂ ਵੱਲੋਂ ਖੋਲ੍ਹੇ ਗਏ ਮੋਰਚੇ ਨੇ ਸੂਬਾ ਸਰਕਾਰ ਦੀ ਦਲਿਤ ਵਿਦਿਆਰਥੀਆਂ ਪ੍ਰਤੀ ਸੰਜੀਦਗੀ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਸ ਮਸੀਹ, PTC ਨਿਊਜ਼, ਜਲੰਧਰ। ਖਬਰ ਖਾਸ 'ਚ ਫਿਲਹਾਲ ਹੁਣ ਵੇਲਾ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਬ੍ਰੇਕ ਦੇ ਉਸ ਪਾਰ ਤੁਹਾਨੂੰ ਵਿਖਾਵਾਂਗੇ ਕਿ ਕੀ ਕਹਿ ਰਿਹਾ ਹੈ ਪੰਜਾਬ ਦਾ ਨੌਜਵਾਨ ਕਾਂਗਰਸ ਸਰਕਾਰ ਦੀ ਕਾਰਗੁਜ਼ਾਰੀ ਨੂੰ ਲੈ ਕੇ। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ। ਜਾਰੀ ਹੈ ਸਾਡੀ ਖਾਸ ਪੇਸ਼ਕਸ਼। ਪੰਜਾਬ ਦਾ ਨੌਜਵਾਨ ਜਿਸ ਨੂੰ ਨੌਕਰੀ ਅਤੇ ਸਮਾਰਟਫੋਨ ਦੇਣ ਵਰਗੇ ਸੁਪਨੇ ਵਿਖਾਏ ਗਏ ਸਨ, ਉਹ ਅੱਜ ਵੀ ਬੇਰੋਜ਼ਗਾਰ ਘੁੰਮ ਰਿਹਾ। ਅਜਿਹੇ 'ਚ ਉਹਨਾਂ ਦੀ ਸਰਕਾਰ ਤੋਂ ਕੀ ਕੁਝ ਮੰਗ ਹੈ, ਆਓ ਸੁਣਦੇ ਹਾਂ। ਕੈਪਟਨ ਸਰਕਾਰ ਨੇ ਵੀ ਘਰ ਘਰ ਨੌਕਰੀ ਦਾ ਵਾਅਦਾ ਕੀਤਾ, ਨੌਜਵਾਨਾਂ ਨੂੰ ਜਿਹੜਾ ਹੈਗਾ ਰੁਜ਼ਗਾਰ ਦੇ ਮੁਹੱਈਏ ਵੱਧ ਪੈਦਾ ਹੋਣ ਦਾ ਵਾਅਦਾ ਕੀਤਾ। ਰੁਜ਼ਗਾਰ ਨਹੀਂ ਤਾਂ ਉਹਦੇ ਸੰਬੰਧ ਵਿੱਚ ਜਿਹੜਾ ਹੈਗਾ ਭੱਤਾ 2500 ਰੁਪਏ ਭੱਤਾ ਦੇਣ ਦੀ ਗੱਲ ਕੀਤੀ, ਪਰ ਉਹ ਵਾਅਦੇ ਕਿੰਨੇ ਪੂਰੇ ਹੋਏ ਨੇ? ਅਸੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪਹੁੰਚੇ ਹਾਂ, ਉੱਥੋਂ ਦੇ ਵਿਦਿਆਰਥੀਆਂ ਤੋਂ ਜਾਣਾਂਗੇ ਕਿ ਵਾਅਦਿਆਂ ਦਾ ਕੀ ਬਣਿਆ ਜੋ ਕੈਪਟਨ ਸਾਹਿਬ ਨੇ ਤੁਹਾਡੇ ਨਾਲ ਕੀਤੇ ਸੀ, ਉਹ ਵਾਅਦਿਆਂ ਨੂੰ ਕਿਵੇਂ ਦੇਖਦੇ ਹੋ? ਜਿੰਨੇ ਘਟੀਆ ਤਰੀਕੇ ਨਾਲ ਕੈਪਟਨ ਸਰਕਾਰ ਨੇ ਪੰਜਾਬ ਦੇ ਯੂਥ ਨੂੰ ਯੂਜ਼ ਕੀਤਾ, 2017 ਦਾ ਮੈਨੀਫੈਸਟੋ ਬਣਾਇਆ ਤੇ ਉਹਦੇ 'ਚ ਤੁਸੀਂ ਦੇਖ ਸਕਦੇ ਹੋ ਜ਼ਿਆਦਾਤਰ ਜਿਹੜੀਆਂ ਚੀਜ਼ਾਂ ਪੰਜਾਬ ਦੇ ਯੂਥ ਨੂੰ, ਨੌਜਵਾਨਾਂ ਨੂੰ ਲੈ ਕੇ ਉਹਨਾਂ ਵੱਲੋਂ ਰੱਖੀਆਂ ਗਈਆਂ ਸੀ, ਪਰ ਉਹਨਾਂ 'ਚੋਂ ਤੁਸੀਂ ਦੇਖ ਸਕਦੇ ਹੋ ਇੱਕ ਵੀ ਵਾਅਦਾ ਐਵੇਂ ਦਾ ਨਹੀਂ ਅਸੀਂ ਕਹਿ ਸਕਦੇ ਵੀ ਜਿਹੜਾ ਕਿ ਉਹਨਾਂ ਨੇ ਕਿਤੇ 10% ਵੀ ਪੂਰਾ ਕੀਤਾ ਹੋਵੇ, ਭਾਵੇਂ ਉਹ ਬੇਰੁਜ਼ਗਾਰੀ ਭੱਤੇ ਦੀ ਗੱਲ ਹੋਵੇ, ਭਾਵੇਂ ਮੋਬਾਈਲ ਫੋਨਾਂ ਦੀ ਗੱਲ ਹੋਵੇ, ਤੇ ਭਾਵੇਂ ਘਰ ਘਰ ਨੌਕਰੀ ਦੀ ਗੱਲ ਹੋਵੇ। ਪੰਜਾਬ ਦੀ ਮਾਵਾਂ ਨਾਲ, ਪੰਜਾਬ ਦੇ ਉਹਨਾਂ ਦੇ ਪੁੱਤਾਂ ਨਾਲ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਨੇ ਵੀ ਤੁਹਾਨੂੰ ਘਰ ਘਰ ਨੌਕਰੀ ਦੇਵਾਂਗੇ, ਉਹਨਾਂ ਦੀ ਮਾਵਾਂ ਨੇ ਵੋਟ ਪਾਈ, ਉਹਨਾਂ ਦੇ ਘਰਦਿਆਂ ਨੇ ਵੋਟ ਪਾਈ, ਉਹਨਾਂ ਦੇ ਬੱਚਿਆਂ ਨੇ ਵੋਟ ਪਾਈ, ਪਰ ਉਹਨਾਂ ਨਾਲ ਜਿਹੜਾ ਧੋਖਾ ਇਹ ਸਰਕਾਰ ਨੇ ਕੀਤਾ ਤੇ ਆਈ 15 ਅਗਸਤ ਨੂੰ, ਆਈ 26 ਜਨਵਰੀ ਨੂੰ ਕਹਿ ਦਿੰਦੇ ਨੇ ਐਤਕੀ ਅਸੀਂ ਪਹਿਲਾ ਫੇਸ ਸਟਾਰਟ ਕਰਾਂਗੇ, ਐਤਕੀ ਦੂਜਾ ਫੇਸ ਸਟਾਰਟ ਕਰਾਂਗੇ, ਪਰ ਮੈਨੂੰ ਉਹ ਕਿਤੇ ਵੀ ਹੁੰਦਾ ਨਹੀਂ ਦਿਖ ਰਿਹਾ। ਕੈਪਟਨ ਅਮਰਿੰਦਰ ਸਿੰਘ ਨੇ ਵੱਡੇ ਵੱਡੇ ਵਾਅਦੇ ਕੀਤੇ, ਕੈਪਟਨ ਸਰਕਾਰ ਨੇ ਜੋ ਸੱਤਾ ਵਿੱਚ ਨਹੀਂ ਸੀ ਵੱਡੇ ਵੱਡੇ ਵਾਅਦੇ ਕੀਤੇ, ਹੁਣ ਸੱਤਾ ਵਿੱਚ ਆ, 3 ਸਾਲ ਬੀਤਣ ਜਾ ਰਹੇ, ਉਹਨੂੰ ਕਾਰਗੁਜ਼ਾਰੀ ਕਿਵੇਂ ਵੇਖਦੇ ਹੋ? ਇਹ ਸਰਕਾਰ ਜੁਮਲਾ ਸਰਕਾਰ ਹੈ। ਇਹਨਾਂ ਨੇ ਯੂਥ ਨੂੰ ਗੁੰਮਰਾਹ ਕਰਕੇ ਵੋਟਾਂ ਪਵਾਈਆਂ ਤੇ ਇਹਨਾਂ ਨੇ ਵਾਅਦੇ ਕੀਤੇ ਸੀ, ਸਹੁੰ ਖਾਈ ਗੁਟਕਾ ਸਾਹਿਬ ਤੇ ਕਿ ਅਸੀਂ ਘਰ ਘਰ ਨੌਕਰੀ ਦੇਵਾਂਗੇ, ਘਰ ਘਰ ਮੋਬਾਈਲ ਦੇਵਾਂਗੇ, ਸਮਾਰਟਫੋਨ ਤੇ ਬੇਰੁਜ਼ਗਾਰੀ ਭੱਤਾ ਦੇਵਾਂਗੇ 2500 ਰੁਪਇਆ। ਉਹ ਬਿਲਕੁਲ ਵੀ ਚੀਜ਼ ਸਾਨੂੰ ਮਿਲੀ ਨਹੀਂ, ਕਿਸੇ ਨੂੰ ਵੀ ਯੂਥ ਨੂੰ। ਅਸੀਂ ਵੀ ਪੰਜਾਬ ਦੇ ਵਸਨੀਕ ਹਾਂ ਤੇ ਆਪ ਖੁਦ ਇਹ ਫੋਰਨ ਟ੍ਰਿਪਸ ਲਾਉਂਦੇ ਕੈਪਟਨ ਸਾਹਿਬ ਤੇ ਇਹਨਾਂ ਦੇ ਮਿਨਿਸਟਰਸ ਨੂੰ ਨਵੀਆਂ ਗੱਡੀਆਂ ਦਿੱਤੀ ਜਾਂਦੀਆਂ ਲਗਜ਼ਰੀ। ਤਾਂ ਇਹ ਯੂਥ ਨੂੰ ਹੁਣ ਮਤਲਬ ਕਿ ਸਹੀ ਤਰੀਕੇ ਨਾਲ ਆਪਣਾ ਉਹ ਨਹੀਂ ਦੇ ਪਾ ਰਹੇ ਹੈਗੇ ਨੇ ਜੌਬਸ, ਤੇ ਹੁਣ ਸਾਡੇ ਨਾਲ ਸਾਰਾ ਧੱਕਾ ਹੋ ਰਿਹਾ ਇਹ। ਤੇ ਅਸੀਂ ਆਹੀ ਚਾਹੁੰਦੇ ਹਾਂ ਕਿ ਸਰਕਾਰ ਕੰਮ ਕਰੇ ਤੇ ਆਪਣੇ ਯੂਥ ਨੂੰ ਅੱਗੇ ਲੈ ਕੇ ਆਵੇ, ਪੰਜਾਬ ਦੇ ਨੂੰ, ਤੇ ਯੂਥ ਦੀ ਵੌਇਸ ਨੂੰ ਸੁਣੇ। ਪੂਰੇ ਪੰਜਾਬ ਦੀ ਤਰ੍ਹਾਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵੀ ਕੈਪਟਨ ਸਰਕਾਰ ਨੂੰ ਕੋਸਿਆ ਜਾ ਰਿਹਾ, ਉਸਦੇ ਵਾਅਦਿਆਂ ਨੂੰ ਲੈ ਕੇ ਕੋਸਿਆ ਜਾ ਰਿਹਾ, ਕਿਉਂਕਿ ਵਾਅਦੇ ਪੂਰੇ ਨਹੀਂ ਹੋ ਰਹੇ। ਯੂਥ ਵੀ ਇਸ ਗੱਲ ਤੋਂ, ਸਰਕਾਰ ਤੋਂ ਕਾਫੀ ਨਾਰਾਜ਼ ਨਜ਼ਰ ਆ ਰਿਹਾ ਹੈ। ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਰਮਨਦੀਪ, PTC ਨਿਊਜ਼, ਚੰਡੀਗੜ੍ਹ। ਪੰਜਾਬ ਸਰਕਾਰ ਦੇ 3 ਸਾਲ ਦੀ ਕਾਰਗੁਜ਼ਾਰੀ ਤੋਂ ਬਾਅਦ ਆਰਥਿਕ ਮਾਮਲਿਆਂ ਦੇ ਮਾਹਰ ਵੀ ਇਹੀ ਖਦਸ਼ਾ ਪ੍ਰਗਟਾ ਰਹੇ ਨੇ ਕਿ ਅਗਲੇ 2 ਸਾਲ ਵੀ ਸਰਕਾਰ ਤੋਂ ਕੁਝ ਕਰਨ ਦੀ ਆਸ ਨਹੀਂ ਕੀਤੀ ਜਾ ਸਕਦੀ। ਨਾਲ ਹੀ ਇਲਜ਼ਾਮ ਲਗਾਏ ਜਾ ਰਹੇ ਨੇ ਕੈਪਟਨ ਸਰਕਾਰ ਲੋਕਾਂ ਪ੍ਰਤੀ ਪੂਰੀ ਤਰ੍ਹਾਂ ਬੇਪਰਵਾਹ ਹੋ ਚੁੱਕੀ ਹੈ, ਜਿਸ ਕਰਕੇ ਬੇਰੋਜ਼ਗਾਰੀ, ਡਰੱਗਸ, ਕਿਸਾਨ ਕਰਜ਼ਾ ਅਤੇ ਮੁਲਾਜ਼ਮਾਂ ਦੇ ਮਾਮਲੇ ਹੱਲ ਹੋਣ ਦੇ ਕੋਈ ਵੀ ਆਸਾਰ ਫਿਲਹਾਲ ਵਿਖਾਈ ਨਹੀਂ ਦੇ ਰਹੇ। ਪੰਜਾਬ ਦੀ ਕੈਪਟਨ ਸਰਕਾਰ ਦੇ ਵਿਰੁੱਧ ਅੰਦਰੋਂ ਤੇ ਬਾਹਰੋਂ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਨੇ। ਇਹ ਪੁੱਛਿਆ ਜਾ ਰਿਹਾ ਵੀ ਕੀ ਕੈਪਟਨ ਦਾ ਮੈਨੀਫੈਸਟੋ ਪੰਜਾਬ ਵਿੱਚ ਕਦੋਂ ਲਾਗੂ ਹੋਵੇਗਾ। ਅੱਜ ਸਾਡੇ ਨਾਲ ਮੌਜੂਦ ਨੇ ਪ੍ਰਮੁੱਖ ਅਰਥ ਸ਼ਾਸਤਰੀ ਔਰ ਪੰਜਾਬ ਦੇ ਚਿੰਤਤ ਜਿਹੜੇ ਕਈ ਮੂਵਮੈਂਟਾਂ ਦੇ ਮੋਹਰੀ ਵੀ ਰਹੇ ਨੇ, ਸਰਦਾਰਾ ਸਿੰਘ ਜੋਹਲ ਜੀ। ਜੋਹਲ ਸਾਹਿਬ, ਮੈਂ ਨਾ ਸਿੱਧੀਆਂ ਹੀ ਗੱਲਾਂ ਕਰਨੀਆਂ ਕਿ ਪੰਜਾਬ ਦੇ ਹਰੇਕ ਘਰ ਵਿੱਚ ਨੌਕਰੀ ਗਈ ਹੈ ਜਾਂ ਜਾਵੇਗੀ?
ਦੇਖੋ ਗੱਲ ਇਹ ਤਾਂ ਸ਼ੁਰੂ ਤੋਂ ਹੀ ਪਤਾ ਸੀਗਾ, ਮੈਂ ਉਦੋਂ ਵੀ ਵਾਰਨਿੰਗ ਦਿੰਦਾ ਸੀ ਵੀ ਜਿਹੜੇ ਵਾਅਦੇ ਹੋ ਰਹੇ ਆ ਪੂਰੇ ਨਹੀਂ ਹੋ ਸਕਣੇ। ਇਸ ਮੈਂ ਉਦੋਂ ਚਾਹੁੰਦਾ ਸੀਗਾ ਕਿ ਇਹ ਸ਼ੈਡੋ ਬਜਟ ਬਣਾ ਕੇ ਦੱਸਣ ਵੀ ਪੈਸੇ ਕਿੱਥੋਂ ਆਉਣਗੇ ਤਾਂ ਯਕੀਨ ਕਰਨ। ਲੋਕਾਂ ਨੂੰ ਕਹਿੰਦੇ ਯਕੀਨ ਨਾ ਕਰੋ। ਔਰ ਉਹੀ ਗੱਲ ਹੋਈ ਆ, ਘਰ ਘਰ ਕਿਸੇ ਨੇ ਕੋਈ ਸਰਵੇ ਕੀਤੀ ਹੈ ਵੀ ਘਰ ਘਰ ਨੌਕਰੀ ਮਿਲੀ ਕਿ ਨਹੀਂ। ਇੱਥੇ ਜਿਹੜੀ ਆ ਆਪਣੀ ਬੇਰੁਜ਼ਗਾਰੀ ਤਾਂ ਸਿਰੇ 'ਤੇ ਪਹੁੰਚੀ ਹੈ ਇਸ ਵੇਲੇ। ਅਗਲੇ 2 ਸਾਲਾਂ 'ਚ ਕੋਈ ਆਸ ਹੈ? ਮੈਨੂੰ ਤਾਂ ਕੋਈ ਆਸ ਨਹੀਂ। ਦੂਸਰਾ ਸਵਾਲ ਇਹ ਹੈ ਵੀ ਕੈਪਟਨ ਸਾਹਿਬ ਨੇ ਕਿਹਾ ਸੀ ਮੈਂ ਮੁੱਖ ਮੰਤਰੀ ਦੀ ਗੱਦੀ ਤੇ ਬੈਠ ਕੇ 4 ਹਫ਼ਤਿਆਂ 'ਚ ਡਰੱਗ ਫ੍ਰੀ ਕਰ ਦੂੰਗਾ ਪੰਜਾਬ ਨੂੰ। ਕਿੰਨਾ ਕਿ ਡਰੱਗ ਫ੍ਰੀ ਹੋਇਆ ਤੇ ਆਸ ਹੈਗੀ ਕੋਈ? ਡਰੱਗਸ ਇੱਦਾਂ ਨਹੀਂ ਖਤਮ ਹੁੰਦੀਆਂ ਹੁੰਦੀਆਂ। ਜਦ ਇਹਦੇ ਵਿੱਚ ਮਿਲੀ ਭੁਗਤ ਹੋਵੇ ਐਡਮਿਨਿਸਟ੍ਰੇਸ਼ਨ ਦੀ ਵੀ ਅਤੇ ਪੋਲੀਟੀਸ਼ੀਅਨ ਦੀ ਵੀ, ਡਰੱਗ ਨੂੰ ਕਿੱਦਾਂ ਤੁਸੀਂ ਖਤਮ ਕਰ ਦਿਓਗੇ? ਇਹ ਤਾਂ ਕੋਈ ਤਰੀਕਾ ਨਹੀਂ ਖਤਮ ਕਰਨ ਦਾ। ਕਿਵੇਂ ਹੋਏਗੀ? ਦੇਖੋ ਇਹਦਾ ਬੜਾ ਤਰੀਕਾ ਸਿੰਪਲ ਹੈਗਾ ਕਿ ਜਿਨ੍ਹਾਂ 'ਚ ਤੁਸੀਂ ਇੰਪਲਾਇਮੈਂਟ ਨਹੀਂ ਦਿੰਦੇ, ਜਿਨ੍ਹਾਂ ਦੇ ਇਹਨਾਂ ਨੂੰ ਸ਼ਾਮ ਦੀ ਡਿਵਰਸ਼ਨ ਨਹੀਂ ਦਿੰਦੇ, ਉਹ ਘਰ ਜਾ ਕੇ ਦੁੱਧ ਮੰਗੇਗਾ, ਸ਼ਰਾਬ ਨਹੀਂ ਮੰਗੇਗਾ, ਜਾਂ ਡਰੱਗਸ 'ਤੇ ਨਹੀਂ ਜਾਏਗਾ। ਜਾਂ ਤੁਹਾਡੀ ਇੰਗੇਜਮੈਂਟ ਹੀ ਹੈ ਨਹੀਂ, ਜਾਂ ਤੁਹਾਡੇ ਕੋਲ ਜਿਹੜੀ ਹੈਗੀ ਆ ਕੋਈ ਇੰਪਲਾਇਮੈਂਟ ਹੀ ਹੈ ਨਹੀਂ, ਉਹ ਤਾਂ ਫਰਸਟ੍ਰੇਟ ਹੈ ਬੰਦੇ ਨੇ ਡਰੱਗ ਮੰਗਰੀ ਜਾਣਾ। ਕੈਪਟਨ ਸਾਹਿਬ ਦਾ ਜਿਹੜਾ ਸੁਪਨਾ ਸੀ ਪੰਜਾਬ ਦੇ ਕਿਸਾਨਾਂ ਨੂੰ ਪੂਰੀ ਤਰ੍ਹਾਂ ਕਰਜ਼ਾ ਮੁਕਤ ਕਰਨ ਦਾ, ਉਹ ਪੂਰਾ ਹੋਏਗਾ ਕਦੇ? ਇਹ ਤਾਂ ਮੈਂ ਉਦੋਂ ਹੀ ਕਿਹਾ ਸੀ ਨਹੀਂ ਹੋਣਾ। ਉਹ ਤਰੀਕਾ ਹੀ ਗਲਤ ਸੀ। ਇਹ ਮੇਰੇ ਕੋਲ ਆਏ ਸੀ ਉਦੋਂ ਪਹਿਲਾਂ ਮੈਂ ਉਹਨਾਂ ਨੂੰ ਮੈਥਡ ਦੱਸਿਆ ਸੀ। ਕੈਪਟਨ ਸਾਹਿਬ ਆਏ? ਹਾਂ, ਮੈਂ ਉਹਨੂੰ ਦੱਸਿਆ ਸੀ। ਮੈਨੂੰ ਕਹਿੰਦੇ ਇਹ ਤਾਂ ਗੌਰਮੈਂਟ ਬਣਨ ਤੋਂ ਬਾਅਦ ਹੋ ਸਕਦਾ। ਮੈਂ ਕਿਹਾ ਮੈਂ ਬਾਅਦ ਦੀ ਗੱਲ ਕਰ ਰਿਹਾ, ਮੈਂ ਕਿਹੜਾ ਪਹਿਲਾਂ ਦੀ ਗੱਲ ਕਰ ਰਿਹਾ। ਉਹਨਾਂ ਨੂੰ ਮੈਂ 2-3-4 ਸਵਾਲ ਕੀਤੇ ਸੀ। ਕੀ ਸਰ? ਮੈਂ ਉਹਨੂੰ ਕਿਹਾ ਸੀ ਦੇਖੋ ਪਹਿਲਾਂ ਤਾਂ ਮੈਨੂੰ ਦੱਸੋ ਵੀ ਜਿਹਨਾਂ ਕਰਜ਼ਾ ਨਹੀਂ ਲਿਆ ਉਹਨਾਂ ਨੇ ਕੀ ਕਸੂਰ ਕੀਤਾ, ਉਹ ਜਿਹਨਾਂ ਨੇ ਵਾਪਸ ਕਰ ਦਿੱਤਾ ਉਹਨਾਂ ਕੀ ਗਲਤੀ ਕੀਤੀ, ਜਿਹੜਾ ਵਾਪਸ ਕਰ ਸਕਦਾ ਉਹ ਕਿਉਂ ਨਾ ਕਰੇ। ਚੌਥਾ ਸਵਾਲ ਇਹ ਸੀ ਵੀ ਕੀ ਕਰਜ਼ਾ ਸੈਕਟਰ ਨੇ ਲਿਆ ਜਾਂ ਇੰਡੀਵਿਜੂਅਲਸ ਨੇ ਲਿਆ ਹੋਇਆ, ਵੀ ਤੁਸੀਂ ਇੰਡੀਵਿਜੂਅਲ ਨੂੰ ਡੀਲ ਕਰੋ। ਮੁਲਾਜ਼ਮਾਂ ਨੂੰ ਹਿਸਟਰੀ 'ਚ ਪਹਿਲੀ ਵਾਰੀ ਹੋਇਆ 22% ਡੀਏ ਰੁਕ ਗਿਆ, ਉਹਨਾਂ ਨੂੰ ਤਨਖਾਹ ਕਮਿਸ਼ਨ ਨਹੀਂ ਮਿਲਿਆ। ਉਹਨਾਂ ਨੂੰ ਕਿਤੇ ਮੁਲਾਜ਼ਮਾਂ ਨੂੰ ਇਹ ਜਿਹੜੇ ਕਈ ਸਾਲਾਂ ਤੋਂ ਦਹਾਕਿਆਂ ਤੋਂ ਸਹੂਲਤਾਂ ਮਿਲਦੀਆਂ ਆ ਰਹੀਆਂ ਸੀ, ਇਹ ਬਰਕਰਾਰ ਰਹਿਣਗੀਆਂ? ਇਹ ਜਿੱਦਾਂ ਇਹ ਗੌਰਮੈਂਟ ਚੱਲ ਰਹੀ ਹੈ ਇੱਦਾਂ ਨਹੀਂ ਰਹਿਣਗੀਆਂ। ਜਿਹੜੇ ਮੇਨ ਸੋਰਸ ਆਫ ਇਨਕਮ ਹੈ ਉਹ ਤਾਂ ਤੁਸੀਂ ਪ੍ਰਾਈਵੇਟ ਕਰ ਦਿੱਤੇ। ਬੱਸਾਂ ਦੇ ਜਿਹੜੀ ਤੁਹਾਡੀ ਟਰਾਂਸਪੋਰਟ ਹੈ ਉਹਦਾ ਫਾਇਦਾ ਪ੍ਰਾਈਵੇਟ ਕਰ ਰਹੇ ਆ। ਜਿਹੜੀਆਂ ਤੁਹਾਡੀਆਂ ਇਲੈਕਟ੍ਰਿਸਿਟੀ ਆ ਉਹ ਤੁਸੀਂ ਪ੍ਰਾਈਵੇਟ ਨੂੰ ਦੇ ਦਿੱਤੀ। ਜਿਹੜਾ ਬਜਰੀ ਰੇਤਾ ਉਹ ਤੁਸੀਂ ਉਹ 'ਤੇ ਪ੍ਰਾਈਵੇਟ ਐਕਸਪਲੋਇਟ ਕਰੀ ਜਾ ਰਹੇ। ਸ਼ਰਾਬ ਜਿਹੜੀ ਤੇ ਮੇਨ ਕਰਦਾ ਉਹ ਤੁਸੀਂ ਪ੍ਰਾਈਵੇਟ ਦੇ। ਪੈਸਾ ਦਾ ਜਿਹੜਾ ਜਿਹਨਾਂ ਚੀਜ਼ਾਂ 'ਚੋਂ ਇਨਕਮ ਆਉਣੀ ਆ ਉਹ ਤਾਂ ਪੈਸਾ ਜਾ ਰਿਹਾ ਪ੍ਰਾਈਵੇਟ ਪੋਕਟ ਦੇ ਵਿੱਚ। ਜਦ ਗੌਰਮੈਂਟ ਕੋਲ ਪੈਸਾ ਨਹੀਂ ਤਾਂ ਕਿੱਥੋਂ ਪੂਰੇ ਕਰਨਗੇ? ਸੋ ਸਾਡੀ ਗੌਰਮੈਂਟ ਜਿਹੜੀ ਹੈ ਟੋਟਲੀ ਇਰਰਿਸਪੋਂਸੀਬਲ ਟੂ ਦੀ ਜਨਰਲ ਪਬਲਿਕ ਹੈ। ਪੰਜਾਬ ਦਾ ਕੀ ਬਣੂਗਾ 2 ਸਤਰਾਂ 'ਚ ਕੀ ਕਹੋਗੇ? ਦੇਖੋ ਗੱਲ ਹੈ ਇਸ ਸਿਸਟਮ ਦੇ ਵਿੱਚ ਤਾਂ ਕੱਖ ਨਹੀਂ ਬਣਨਾ। 3 ਸਾਲਾਂ 'ਚ ਇਹ ਗੌਰਮੈਂਟ ਨੇ ਕੱਖ ਨਹੀਂ ਕੀਤਾ। ਜੇ ਤੁਸੀਂ ਲੋਕਾਂ ਦੀ ਸਰਕਾਰ ਨਹੀਂ ਬਣਾਉਂਦੇ ਉਹਨਾਂ 'ਚ ਕੁਛ ਨਹੀਂ ਹੋਣਾ। ਸੋ ਜੌਹਲ ਸਾਹਿਬ ਨੇ ਗੱਲ ਨਿਬੇੜਤੀ। ਉਹਨਾਂ ਕਿਹਾ ਵੀ ਇਹੋ ਜਿਹੀ ਪ੍ਰਕਿਰਿਆ ਵਿੱਚ ਪੰਜਾਬ ਦਾ ਕੱਖ ਨਹੀਂ ਬਣਨਾ ਜਿੰਨਾ ਚਿਰ ਲੋਕਾਂ ਦੀ ਸਰਕਾਰ ਨਾ ਬਣੀ, ਜਿੰਨਾ ਚਿਰ ਆਮ ਲੋਕਾਂ ਦੇ ਹੱਥਾਂ ਵਿੱਚ ਸਰਕਾਰ ਨਾ ਆਈ, ਉਹਨਾਂ ਚਿਰ ਪੰਜਾਬ ਇਸੇ ਤਰ੍ਹਾਂ ਦੁਖਾਂਤਾਂ 'ਚ ਉਲਝਦਾ ਰਹੇਗਾ। ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਤਰਲੋਚਨ ਸਿੰਘ, PTC ਨਿਊਜ਼, ਚੰਡੀਗੜ੍ਹ। ਖਬਰ ਖਾਸ 'ਚ ਫਿਲਹਾਲ ਲਈ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ।